विचारो ना मारो तियां दुख विच न मारो। दुनिया दे लोको कुछ तां विचारो ना मारो तियां दुख विच न मारो, दुख विच न मारो। बाबुल दा कहना पै जावे दुख पावे जिंदगी पर सहना। मोड़न नातियां बाबुल दा कहना पै जावे दुख पावे जिंदगी पर सहना। अपने हथीना ते कहर गुजारो ना मारो तियां दुख विच न मारो, दुख विच न मारो। फिर भी पराइयां कहांदियां थियां। मां प्यो दे दुख नू बंडोंदियां थियां फिर भी पराइयां कहांदियां थियां। पुत्रा बराबर मिले दर्जा ना यारो ना मारो तियां दुख विच न मारो, दुख विच न मारो। जन्म ले आउंदे जे ओ आवे तां मातम मनाउंदे। जिदी कुख चों जन्म ले आउंदे जे ओ आवे तां मातम मनाउंदे। रब दी ये कुदरत है सोच सुधारो ना मारो तियां दुख विच न मारो, ना मारो तियां दुख विच न मारो, ना मारो तियां दुख विच न मारो, दुख विच न मारो। कि इस समाज विच सिर्फ मुंडे ही अपने माँ बाप दे बुढ़ापे का सहारा बनते हैं, कुड़ियां नहीं। जेकर कुड़ियां नूं भी चंगी एजुकेशन दी जावे ते उन्हां विच कोई भेदभाव ना रखा जावे तां कुड़ियां भी मुंडियां नालों घट नहीं। बस लोड़ है तां अपने नज़रिए नूं बदलन दी ते उन्हां नूं उत्साहित करन। असीं तुहाडे सामने एक ऐसे ही इंसान करतार सिंह दी कहानी पेश कर रहे हैं जो कि मुंडे ते कुड़ियां विच बहुत भेदभाव रखता है ते उस कोल पहला ही
एक कुड़ी है ते ओदा नाम है रज्जी, पर उसनूं तां सिर्फ मुंडा ही चाहिदा है। लो तुहाडे सामने पेश है करतार सिंह ते उसदे परिवार दी कहानी। ਇਹ ਹੈ ਕਰਤਾਰ ਸਿੰਘ, ਜਿਸ ਨੂੰ ਹਮੇਸ਼ਾ ਇਹੀ ਚਿੰਤਾ ਸਤਾਉਂਦੀ ਰਹਿੰਦੀ ਕਿ ਉਸਦੇ ਸ਼ਾਇਦ ਕੋਈ ਮੁੰਡਾ ਹੋਵੇਗਾ ਜਾਂ ਨਹੀਂ, ਜੋ ਉਸਦੇ ਵੰਸ਼ ਨੂੰ ਅੱਗੇ ਵਧਾਵੇ। ਇਸੀ ਚਿੰਤਾ ਵਿੱਚ ਉਸਦੀ ਰਾਤ ਜਾਗ ਜਾਗ ਕੇ ਨਿਕਲ ਜਾਂਦੀ। ਚਾਚਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੱਚੋ, ਸਤਿ ਸ੍ਰੀ ਅਕਾਲ। ਕਰਤਾਰਿਆ, ਕੀ ਹਾਲ ਚਾਲ ਹੈ ਤੇਰਾ? ਠੀਕ ਹੈ ਹਰਮੰਦਰ ਸਿਆ, ਤੂੰ ਸੁਣਾ ਕਿੱਧਰ ਚੱਲਿਆ? ਜਾਣਾ ਕਿੱਥੇ ਹੈ, ਆਪਣੇ ਸ਼ੇਰਾਂ ਬੰਟੀ ਸ਼ਾਂਟੀ ਨੂੰ ਸਕੂਲ ਛੱਡਣ ਚੱਲਿਆ। ਇਹਨਾਂ ਨੂੰ ਪੜ੍ਹਾ ਲਿਖਾ ਕੇ ਇੱਕ ਨੂੰ ਲੰਡਨ ਤੇ ਇੱਕ ਨੂੰ ਆਸਟ੍ਰੇਲੀਆ ਭੇਜ ਦੇਣਾ। ਆਪਾਂ ਬੁਢਾਪੇ 'ਚ ਐਸ਼ ਕਰਾਂਗੇ, ਇਹੀ ਤੇ ਸਾਡੇ ਬੁਢਾਪੇ ਦੀ ਸੋਟੀ ਨੇ। ਹੋਰ ਤੂੰ ਸੁਣਾ, ਕੀ ਹਾਲ ਹੈ ਤੇਰੀ ਧੀ ਦਾ? ਰੱਜੀ ਹੈ ਨਾ ਉਹਦਾ ਨਾਂ? ਹਾਂ ਹਾਂ, ਰੱਜੀ ਹੈ। ਕਰਤਾਰ ਸਿੰਘ ਨੂੰ ਇੰਜ ਲੰਘਦਾ ਜਿਵੇਂ ਬੰਟੀ ਤੇ ਸ਼ੈਂਟੀ ਉਸਦੇ ਖੁਦ ਦੇ ਮੁੰਡੇ ਹੋਣ। ਚੰਗਾ ਬਈ ਕਰਤਾਰ ਸਿੰਘਾ, ਚੰਗਾ ਬਈ ਕਰਤਾਰ ਸਿੰਘਾ, ਚੱਲਦਾ ਫਿਰ। ਉਹ ਚੰਗਾ ਭਾਈ ਚੰਗਾ। Sito! 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 पता नहीं किथे चलेगी। Sito! Sito! पता नहीं किधर चलेगी। Sito! Sito! हाँ दस एवं घर असमान ते चक्या होया, खूह तो पानी लैन गई सी। ओ चल जल्दी तैयार हो जा, आपां शहर नूं जाना है। खाण नूं तां खवा दे कोई दो रोटियां। तू कल्ला ही चला जा शहर नूं ते नाले थोड़ा घर दा समान भी ले आवी। चलिए तू भी मेरे नाल जाना शहर नूं, अज तैनूं डॉक्टर कोले चेक कराउणा है। ओ चल तैयार हो जा, तैनूं हुण कहता एक बारी भी शहर जाना है। ਉਹ ਤਾਰੇ ਬਹੂ ਨੂੰ ਸ਼ਹਿਰ ਡਾਕਟਰ ਕਿਸ ਵਾਸਤੇ ਲੈ ਕੇ ਜਾਣਾ ਹੈ? ओ बापू इसदा अल्ट्रासाउंड कराउणा है। ਉਹ ਇਹ ਕਿਸ ਸ਼ਹਿਰ ਦਾ ਨਾਂ ਹੈ? ओ बापू इसदा चेकअप कराउणा है कि इस बार किस नूं जन्म देण वाली आ, कुड़ी नूं जां मुंडे नूं। बापू जी मैं नहीं जाना किसी डॉक्टर डॉक्टर को, ये सब तो उस वाहिगुरु दे हथ है, जो उसनूं मंजूर होएगा। ਤੇ ਇਹ ਮੈਂ ਤਾਂ ਆਪ ਕਹਿਣਾ ਡਾਕਟਰਾਂ ਦੇ ਚੱਕਰਾਂ ਵਿੱਚ ਨਾ ਪਵੋ। ਬਸ ਪੁੱਤ ਜਿਹੜਾ ਵੀ ਜੀ ਆਏ ਭਾਗਾਂ ਵਾਲਾ ਆਏ ਤੇ ਚੰਗੇ ਸੰਸਕਾਰਾਂ ਵਾਲਾ ਹੋਵੇ। ओ टेके बह जा बापू, ਵੱਡੇ ਆਏ ਮੈਨੂੰ ਸਲਾਹਾਂ ਦੇਣ ਵਾਲੇ। ओ बापू तू ਤਾਂ ਹੁਣ ਖੇਤਾਂ ਤੋਤੇ ਡਾਉਣ ਜੋਗਾ ਰਹਿ ਗਿਆ। ਮੈਨੂੰ ਦੁਨੀਆਦਾਰੀ ਬਾਰੇ ਕੁਝ ਨਹੀਂ ਪਤਾ, ਤਾਨੇ ਮਾਰਦੇ ਨੇ ਮੈਨੂੰ ਸਾਰੇ ਕਿ ਐਤਕੀ ਫੇਰ ਕੁੜੀ ਹੋਊ। ਮੈਂ ਤਾਂ ਚੈੱਕ ਕਰਾਉਣਾ ਹੀ ਕਰਾਉਣਾ। ਇਹ ਸੀਤੋ ਇਹ ਉੱਤੇ ਬੈਠੀ रहेगी, ਤਿਆਰ भी होएगी। आया मैं कपड़े बदल के, नालिया टटर टटरा जाग।
ਬਾਪੂ ਜੀ ਤੁਸੀਂ ਇੱਕ ਵਾਰੀ ਫੇਰ ਸਮਝਾ ਕੇ ਦੇਖ ਲਵੋ ਰੱਜੀ ਦੇ ਬਾਪੂ ਨੂੰ। ਮੈਂ ਹੁਣ ਕੀ ਸਮਝਾਵਾਂ ਧੀਏ, ਤਾਰੇ ਦੀ ਤਾਂ ਮੱਤ ਹੀ ਮਾਰੀ ਗਈ। ਇਸ ਦੀ ਅਕਲ ਨੂੰ ਪਤਾ ਨਹੀਂ ਕੀ ਹੋ ਗਿਆ। ਕੁੜੀਆਂ ਤਾਂ ਅੱਜ ਕੱਲ ਜਹਾਜ਼ ਵੀ ਚਲਾਉਂਦੀਆਂ ਨੇ। ਹੁਣ ਆਪਣੇ ਪਿੰਡ ਦੀਆਂ ਕੁੜੀਆਂ ਨੂੰ ਹੀ ਦੇਖ ਲੈ, ਪੜ੍ਹ ਲਿਖ ਕੇ ਆਪਣੇ ਸਕੂਲ ਵਿੱਚ ਹੀ ਮਾਸਟਰੀਆਂ ਲੱਗੀਆਂ ਹੋਈਆਂ ਨੇ। ਚੰਗਾ ਧੀਏ, ਮੈਂ ਹੁਣ ਖੇਤਾਂ ਨੂੰ ਚੱਲਦਾ। ਆਪਣਾ ਖਿਆਲ ਰੱਖੀ, ਰੱਬ ਰਾਖਾ। ਹੇ ਮੇਰੇ ਵਾਹਿਗੁਰੂ, ਇਹਨਾਂ ਨੂੰ ਸਮੱਤ ਬਖਸ਼ੀ। ਜੇ ਕੁੜੀਆਂ ਨਾ ਹੁੰਦੀਆਂ ਤਾਂ ਅੱਜ ਇਹ ਆਪ ਵੀ ਕਿੱਥੋਂ ਹੁੰਦੇ। ਔਰਤ ਦਾ ਮਰਦ ਮੂਹਰੇ ਕੋਈ ਜ਼ੋਰ ਹੀ ਨਹੀਂ ਚੱਲਦਾ। ਹੇ ਵਾਹਿਗੁਰੂ, ਹੇ ਦਾਤਾ, ਮੈਨੂੰ ਇਸ ਪਾਪ ਤੋਂ ਬਚਾਈ। ਉਹ ਮੇਰੇ ਬੱਚਿਆ, ਮੈਨੂੰ ਮਾਫ ਕਰੀ। ਮੈਂ ਨਹੀਂ ਜਾਣਦੀ ਕਿ ਤੂੰ ਇਸ ਸੰਸਾਰ ਨੂੰ ਦੇਖ ਵੀ ਸਕੇਗਾ ਕਿ ਨਹੀਂ। ਉਹ ਤੂੰ ਇੱਥੇ ਹੀ ਬੈਠੀ ਹੈ ਝਾਟਾ ਖਿਲਾਰ ਕੇ, ਤਿਆਰ ਨਹੀਂ ਹੋਈ? ਮੈਂ ਕਿਹੜਾ ਮੁਖਲਾਵੇ ਜਾਣਾ ਹੈ, ਕਹਿੰਦਾ ਤਿਆਰ ਨਹੀਂ ਹੋਈ। ਰੱਜੀ ਦੇ ਬਾਪੂ, ਮੇਰਾ ਨਹੀਂ ਜੀ ਕਰਦਾ ਜਾਣ ਨੂੰ। ਰੱਬ ਦੇ ਵਾਸਤੇ ਤੂੰ ਇੱਕ ਵਾਰੀ ਫੇਰ ਸੋਚ ਲੈ। ਉਹ ਤੂੰ ਤੁਰ ਜਾਏਗੀ, ਤੈਨੂੰ ਪੇਕੇ ਛੱਡਿਆ ਮੈਂ ਸਦਾ ਨਹੀਂ ਤੇਰੇ। ਇਹਨਾਂ ਦੋਨਾਂ ਨੇ ਮੇਰਾ ਜੀਣਾ ਹਰਾਮ ਕਰਤਾ। ਇੱਕੋ ਮੇਰਾ ਬਾਪੂ ਤੇ ਇੱਕ ਜਿਹੜੀ ਮੇਰੇ ਪੱਲੇ ਪਾਤੀ। तू बैठ इत्थे, मैं डॉक्टर नाल गल करके आया। सत श्री अकाल डॉक्टर साहब। सत श्री अकाल, सत श्री अकाल। और किवें आना होया करतार सिंह? डॉक्टर साहब मैं हफ्ता पहला तुहाडे नाल अपनी घरवाली नूं चैक कराउण बारे गल कीती सी। हाँ हाँ याद है मैनू। ठीक है, घरवाली नूं नाले लैके आया है ना? हाँ जी हाँ जी, बाहर बैठी है, बुलावां अंदर? ओनू तां फेर बुला लवी, पहला आपां लैन देन दी गल तां मुका लईए। दसो डॉक्टर साहब किन्ने पैसे लगणगे? लैके आया पैसे मैं। करतार सिंह तू तो जानदा ही है, सरकार ने इस काम ते पाबंदी लाई हुई है। जेड़ा चेक करू या कराऊं ਉਹਨੂੰ 50,000 रुपये जुर्माना ते 5 साल दी कैद है। इस बारे किसी ਨੂੰ पता ना लगे। तू तो अपना खास आदमी है, मैं रिस्क लेन लग्या तेरे करके। करतार सिंह 5,000 रुपये लगेंगे। डॉक्टर साहब मेरे को सिर्फ 3500 रुपये है जी। चल ठीक है, तू 3500 रुपये जमा करवा दे, पर याद रखी इस गल का किसी को पता ना लगे। नाले अपनी घरवाली नूं भी समझा देवी, जनानियां दा तां तैनूं पता ही है। डॉक्टर साहब मैं अपने घरवाली नूं बुलाउणा। सीतो 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 अंदर लंघ गया। डॉक्टर साहब तुसीं बैठो, मैं बुला के ले गया। माए करने लगी, पाप दी बेड़ी चढ़ने लगी।
एक ही माए करने लगी, पाप दी बेड़ी चढ़ने लगी। बाबुल कड़ी सकीम है जेड़ी, बाबुल कड़ी सकीम है जेड़ी, ना ओदा साथ निभा। माए नी मैनू जग देखण दा चा, माए ना मैनू कुख विच कतल करा। माए नी मैनू जग देखण दा चा। माता रब दा रूप हुंदी है, क्यों तो काल खलोण लगी है। तेरे जिगर दा टुकड़ा हाँ मैं, क्यों तू मार मकोड़ लगी है। माता रब दा रूप हुंदी है, क्यों तो काल खलोण लगी है। तेरे जिगर दा टुकड़ा हाँ मैं, क्यों तू मार मकोड़ लगी है। क्यों पवित्र रिश्ते नू तू, क्यों पवित्र रिश्ते नू रही मिट्टी विच मिला। माए नी मैनू जग देखण दा चा, माए ना मैनू कुख विच कतल करा। माए नी मैनू जग देखण दा चा। बाबुल सुध बुध खोई, मेरी सुन ले तू अर्जोई। मेरी कूक नू तू सुन सकदी, तेरे वाज न मेरा कोई। ओले बाबुल सुध बुध खोई, मेरी सुन ले तू अर्जोई। मेरी कूक नू तू सुन सकदी, तेरे वाज न मेरा कोई। कदे न माली बूटा पुट दे, कदे न माली बूटा पुट दे, जड़े हथी दिंदे ला। माए नी मैनू जग देखण दा चा, माए ना मैनू कुख विच कतल करा। माए नी मैनू जग देखण दा चा। वादा कर दी हाँ मैं माए, कदे न तेनू दुख पहुँचाऊं। जिवें कहेंगी उवें करूँगी, ना कदे कोई गल ठुकराऊं। वादा कर दी हाँ मैं माए, कदे न तेनू दुख पहुँचाऊं। जिवें कहेंगी उवें करूँगी, ना कदे कोई गल ठुकराऊं। अपनी पौड़ी लाडली नू तू, अपनी पौड़ी लाडली नू तू एक बारी अजमा। माए नी मैनू जग देखण दा चा, माए ना मैनू कुख विच कतल करा। माए नी मैनू जग देखण दा चा। बन के तेरी धी लाडली, तेरे दर्द वंडावांगी मैं। डर ना माए मेरे कोलों, तेरा ना चमकावांगी मैं।
बन के तेरी धी लाडली तेरे दर्द वंडावांगी मैं। डरना माए मेरे कोलों तेरा ना चमकावांगी मैं। अपनी नन्नी जान नू अज तो अपनी नन्नी जान नू अज तू जालमां तो बचा। माए नी मैनू जग देखण दा चा, माए ना मैनू कुख विच कतल करा। माए नी मैनू जग देखण दा चा। आखिरकार करतारे दे अगे उसके बापू ते सितो दी इक ना चली। सितो ना चाहती हुई भी इस पाप की भागीदार बनी। ऐजा होने पश्चात सितो बहुत उदास हुई, पर करतारे की सेहत ते कोई असर ना होया। जदों करतारा ते सितो घर पहुँचते हैं तो जमींदार बिकर सिंह का मुनीम चंदमून पहला ही उहदे घर बैठा होया। बिकर सिंह तो करतार सिंह ने थोड़े पैसे उधार ले हुए हैं ते अपनी जमीन गिरवी रखी हुई। मेरी गल सुन ला, अपना मुंह बंद रखी। जो होना सी हो गया। जे कोई तेन पूछे तो आने बहाने गल टाल दी। पूरा 3500 रुपया लग्या मेरा। नाले कमलिए रब दे घर च देर है, नेर नहीं। जिन्हें धीया मारन वाली मशीन बनाई है, मैं कहनी रब करके उसदा कख ना रहे। तू तो रब समान बापू जी दे भी एक ना मन्नी। ये पैसे दे मेरे मैनू ना मारी। जिन्हां ने पैसे देने है ना वो कर गेड़े ते गेड़ा मारते आ। उन्होंने देने लई तेरे को दवानी ही नहीं, डॉक्टर नूं देने लई पता नहीं तेरे को 3500 रुपया आ कित्थों गया। ओ बाणी ना बोल, मैं किदे पैसे देने ने किदे नहीं देने मैनूं सब याद है। मैं ले जा, मैं आपे तार दूंगा। तेरे पेका तेरे मंगाउण लगा तैनूं भेज के। नाले मैं उन्हां नंगा तो कोई आस भी नहीं रखी। मैं दसदा जमींदार साहब नूं जाके करतारा शहर जाके की गोल खिला के आया। छाइयां साडे नाल, ਵਧਾਈਆਂ किसे होर नाल। साडी वार नूं अजकल करी जांदा। अगे बूजी जाब अगले महीने सारा नबेड़ा कर दूं। ऐतकी घर च ज्यादा खर्चा हो गया। हुण दसदा मैं जमींदार साहब नूं जाके खर्चा कित्थे हुंदा करतारे दा। मुंशी चंदमून नाल चलाकियां, मुंशी चंदमून नाल चलाकियां 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 चलाकियां। हैं मैं दसदा जमींदार साहब नूं जाके। राम राम जमींदार साहब। राम राम ओए मनीमा, जाया या पिंड? हाँ जी जमींदार साहब, पिंड तो मैं जाया ते नाले करतारे दे घर भी गया सी। साडी किस्त जोगे उसको पैसे ही नहीं ते शहर डॉक्टर नूं 3500 रुपए वंडदा फिरदा। 3500 रुपया की बुझारता नहीं पाई जाना है? सीधी तरह मतलब दी गल दस। बिकर सिंह दा मुनीम चंदमून बिकर सिंह नूं करतारे दे घर होई सारी घटना बारे दस दिंदा है। अच्छा तां ये गल है मनीमा, करतारे ने जेड़ा पिछले साल ब्याज भरिया सी वो अजे बही खाते ते चाड़िया ते नहीं? चार तो दिता जमींदार साहब पर मैं समझ गया करतारे ने पिछले साल का भी ब्याज नहीं भरिया। चलो मनीमा, मैं चखाउंदा इनू मसालेदार मजा। जे नाम मिर्चां लड़ियां तां मेरा नाम भी बिकर सिंह नहीं, बिकर सिंह। पानी च रह के मगरमच्छ नाल बैर। चल करतारिया, ओ
ओए करता रहा, जरा बाहर तो निकल। सत श्री अकाल जिमीदार साहब। और अज किदां दर्शन दिते जनाब ने? करता रहा किधरों आया? सुनिया बड़ी खरीदारी कर रहा अजकल। जरा साडे पैसों बारे भी सोच। लै तां लिते, मोड़न का नां नहीं लेंदा। असीं तां टाइम आउण ते रजिस्ट्री करवा लेनी है। कोई गल नहीं जिमीदार साहब, ऐतकी दी फसल चक के मैं सारे पैसे निबेड़ देने। जे तू ऐतकी भी ब्याज दे पैसे ना दिते, असीं तेरे बाल खोल ले जने आ। फिर नहीं हो मोड़ने। चलो मनीमा चलिए, अजकल किसी नूं पैसे देने का टाइम नहीं जे रहा। बिक्कर सिंह ਇੰਨੀ ਗੱਲਬਾਤ ਕਰਨ ਤੋਂ ਬਾਅਦ ਸਿੱਧਾ ਆਪਣੇ ਘਰ ਨਹੀਂ, ਸਿੱਧਾ ਪੁਲਿਸ ਥਾਣੇ ਚੱਲ ਜਾਂਦਾ ਹੈ ਤੇ ਪੁਲਿਸ ਇੰਸਪੈਕਟਰ ਤੇ ਉਸਦੇ ਸਿਪਾਹੀ ਨੂੰ ਸਾਰੀ ਘਟਨਾ ਬਾਰੇ ਦੱਸ ਦਿੰਦਾ ਹੈ ਤੇ ਪੁਲਿਸ ਇੰਸਪੈਕਟਰ ਤੇ ਉਸਦਾ ਸਿਪਾਹੀ ਕਰਤਾਰੇ ਦੇ ਘਰ ਵੱਲ ਨੂੰ ਰੁਕ ਕਰਦੇ ਹਨ। ਆਓ ਦੇਖੀਏ ਅੱਗੇ ਕੀ ਹੁੰਦਾ ਹੈ। ਗੁਰਮੇਲ ਸਿੰਘ। ਯੈਸ ਸਰ। ਲਿਆ ਜਿਹੜਾ ਵੀ ਅੰਦਰ ਫੜ ਕੇ ਉਸ ਨੂੰ। ਓਏ ਤਾਰਿਆ ਘਰੇ ਹੀ ਹੈ? ਉਹ ਕਿਹੜਾ ਹੈ ਬਈ ਜਿਹੜਾ ਇੰਨੇ ਹਨੇਰੇ ਆਵਾਜ਼ਾਂ ਮਾਰਦਾ ਪਿਆ ਏ? बड़ी देर लगाई है उसने। जा अंदरों फड़ के लेके आ। लगता है इंज नहीं आना उसने। ਓਏ ਤੂੰ ਬਾਹਰ ਵੀ ਆਵੇਂਗਾ ਕਿ ਮੈਨੂੰ ਅੰਦਰ ਆਉਣਾ ਪਊ? ਉਹ ਕਿਹੜਾ ਹੈ ਬਈ ਜਿਹੜਾ ਇੰਨੇ ਹਨੇਰੇ ਆਵਾਜ਼ਾਂ ਮਾਰਦਾ ਪਿਆ ਏ? ਬਾਹਰ ਤਾਂ ਅੰਦਰੇ ਰੌਲਾ ਪਾਈ ਜਾਂਦਾ ਹੈ। ਬਾਹਰ ਥਾਣੇਦਾਰ ਸਾਹਿਬ ਬੁਲਾਉਂਦੇ ਆ। ਉਹ ਮਾਲਕੋ ਤੁਸੀਂ ਹੋ? ਆਓ ਬੈਠੋ। ਆਓ ਜਨਾਬ ਆਓ। ਇਹ ਸੀਤੋ ਇਹ ਸੁਣਦੀ ਐ? ਇਹ ਚਾਹ ਧਰ ਲੈ, ਥਾਣੇਦਾਰ ਸਾਹਿਬ ਆਏ ਨੇ। ਨਾਲੇ ਮਿਠਾਈ ਵੀ ਲੈ ਕੇ ਆਈ ਜਿਹੜੀ ਆਪਾਂ ਸ਼ਹਿਰੋਂ ਲੈ ਕੇ ਆਏ ਸੀ। ਉਹ ਜਨਾਬ ਬੈਠੋ। ਖੜੇ ਕਿਉਂ? ਬੈਠੋ ਬੈਠੋ। ਉਹ ਬੈਠੋ ਮਹਾਰਾਜ। ਓਏ ਚਾਹ ਚੂ ਦੇ ਮਾਰ ਗੋਲੀ। ਜਿਹੜੀ ਸ਼ਹਿਰੋਂ ਡਾਕਟਰ ਕੋਲੋਂ ਮਠਿਆਈ ਲੈ ਕੇ ਆਏ ਨਾ, ਉਹਦੀ ਗੱਲ ਕਰ। ਜਨਾਬ ਮੇਰੀ ਗੱਲ ਤਾਂ ਸੁਣੋ। ਤੇਰੇ ਬਾਰੇ ਬਿੱਕਰ ਸਿੰਘ ਜ਼ਿਮੀਂਦਾਰ ਨੇ ਸਭ ਕੁਝ ਦੱਸ ਦਿੱਤਾ ਸਾਡੇ ਸਾਹਿਬ ਨੂੰ। ਤੈਨੂੰ ਪਤਾ ਜਿਹੜਾ ਤੂੰ ਕੰਮ ਕਰਕੇ ਆਇਆ ਉਹਦੀ ਕੀ ਸਜ਼ਾ ਹੈ ਤੇ ਕੀ ਜੁਰਮਾਨਾ? ਸਾਹਿਬ ਜੀ ਤੁਸੀਂ ਮਾਮਲਾ ਇੱਥੇ ਰਫਾ ਦਫਾ ਕਰ ਲਓ। ਮੇਰੇ ਕੋਲੋਂ ਤਾਂ ਗਲਤੀ ਹੋ ਗਈ। ਮੈਨੂੰ ਤਾਂ ਪਹਿਲੇ ਜ਼ਿਮੀਂਦਾਰ ਬਿੱਕਰ ਸਿੰਘ ਨੇ ਕਾਸੇ ਜੋਗਾ ਨਹੀਂ ਛੱਡਿਆ। ਤੁਸੀਂ ਸਾਹਿਬ ਨਾਲ ਗੱਲ ਕਰਕੇ ਦੇਖੋ ਮੈਂ ਤੁਹਾਡੀ ਕੀ ਸੇਵਾ ਕਰਾਂ। ਓਏ ਨਹੀਂ ਨਹੀਂ, ਥਾਣੇਦਾਰ ਸਾਹਿਬ ਨੇ ਨਹੀਂ ਮੰਨਣਾ। ਇਹ ਤਾਂ ਕਾਨੂੰਨ ਦਾ ਬਹੁਤ ਹੀ ਸਖਤ। ਜਨਾਬ ਤੁਸੀਂ ਜਿਵੇਂ ਮਰਜ਼ੀ ਕਰਕੇ ਥਾਣੇਦਾਰ ਸਾਹਿਬ ਨੂੰ ਮਨਾਓ। ਮੇਰੀ ਡੋਰ ਤਾਂ ਤੁਹਾਡੇ ਹੱਥ 'ਚ ਹੈ। ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਹੀ ਕਰਨ ਨੂੰ ਤਿਆਰ ਹਾਂ। ਠੀਕ ਹੈ। ਤੇਰੇ ਕਰਕੇ ਮੈਂ ਸਾਹਿਬ ਨਾਲ ਗੱਲ ਕਰਕੇ ਆਉਣਾ। ਆਰਿਆ ਤੂੰ ਸਾਡਾ ਪੁਰਾਣਾ ਵਾਕਫ ਹੈ। ਤੇਰੇ ਕਰਕੇ ਮੈਂ ਥਾਣੇਦਾਰ ਸਾਹਿਬ ਨੂੰ ਬੜੀ ਮੁਸ਼ਕਲ ਨਾਲ ਮਨਾਇਆ। ਉਹ ਤਾਂ ਪੈਸੇ ਬਹੁਤ ਮੰਗਦਾ ਸੀ ਪਰ ਮੈਂ 1000 ਰੁਪਏ ਵਿੱਚ ਮਨਾ ਲਿਆ। ਜਨਾਬ ਤੁਸੀਂ ਰੁਕੋ, ਮੈਂ ਪੈਸੇ ਦਾ ਹੀਲਾ ਕਰਕੇ ਹੁਣੇ ਆਉਣਾ। जनाब मेरे को सिर्फ 500 रुपये का इंतजाम होया।
ਤੁਸੀਂ ਇਹ ਰੱਖੋ, ਬਾਕੀ ਮੈਂ ਫਿਰ ਦੇ ਦਿਆਂਗਾ। ਉਹ ਮੇਰੀ ਜ਼ਿੰਮੇਵਾਰੀ ਰਹੀ। चल ठीक है बाकी हुण तेरी जिम्मेवारी रही। ओए बंदा तां तू वधिया पर काम घटिया करके आया। जनाब उन्हें अद्धे ही पैसे दिते ने, बाकी कहना मैं फेर दूंगा। वो लेन की जिम्मेवारी मेरी है। ਓਏ ਤੇਰੀ ਜ਼ਿੰਮੇਵਾਰੀ ਰਹੀ। ਇਸ ਨੂੰ ਦੱਸ ਦੇਣਾ ਸੀ ਕਿ ਜੁਰਮ ਦੀ ਸਜ਼ਾ 50,000 ਰੁਪਏ ਤੇ 3 ਸਾਲ ਦੀ ਕੈਦ ਹੈ। ਅਸੀਂ ਤਾਂ ਇਸ ਨੂੰ ਫਿਰ ਵੀ ਬੜੇ ਸਸਤੇ ਵਿੱਚ ਨਿਬੇੜ ਦਿੱਤਾ ਹੈ। जनाब तुसी फिक्र ना करो, मैं चंगी तरह समझाता इसनू ते बाकी पैसों की जिम्मेवारी मेरी रही। मैं आपे लेके आवांगा। चलिए हुण। चंगा भी करतार रहा जनाब। अज केड़ी पिलाओगे फिर? मैं तो रैल चैलेंज पीनी है, कदे नहीं पीती, ना ही तो स्वाद का पता होंदा ते नाले मुर्गा भी खाऊंगा। ਓਏ ਗੁਰਮੇਲ ਸਿੰਘ, ਜੇ ਤੈਨੂੰ ਨਾਂ ਨਹੀਂ ਕਹਿਣਾ ਆਂਦਾ ਤਾਂ ਪੁੱਛ ਲਿਆ ਕਰ। ਉਸ ਨੂੰ ਰਾਇਲ ਚੈਲੰਜ ਕਹਿੰਦੇ ਨੇ। ਦੇਸੀ ਪੀ ਕੇ ਦੇਸੀ ਗੱਲਾਂ ਨਾ ਕਰਿਆ ਕਰ ਤੂੰ। ਨਾਲੇ ਆਪਾਂ ਨੂੰ ਕਿਹੜੇ ਜੀ ਸਾਮੀ ਰੋਜ਼ ਟੱਕਰਦੀ ਆ। ਜੇ ਰੋਜ਼ ਟੱਕਰ ਜਾਵੇ ਤਾਂ ਆਪਣੇ ਵਾਰੇ ਨਿਆਰੇ ਹੋ ਜਾਣ। ਪੁਲਿਸ ਵਾਲੇ ਵੀ ਪੈਸੇ ਲੈ ਕੇ ਕੇਸ ਨੂੰ ਰਫਾ ਦਫਾ ਕਰ ਦਿੰਦੇ ਹਨ। ਕਰਤਾਰੇ ਦੇ ਪਿਤਾ ਕਰਨੈਲ ਸਿੰਘ ਦੀ ਹੁਣ ਮੌਤ ਹੋ ਚੁੱਕੀ ਹੈ ਤੇ ਸੀਤੋ ਨੇ ਵੀ ਇੱਕ ਸੁੰਦਰ ਜਿਹੇ ਲੜਕੇ ਨੂੰ ਜਨਮ ਦਿੱਤਾ ਹੈ। ਵਾਹਿਗੁਰੂ 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 ਵਾਹਿਗੁਰੂ। ਆਖਿਰਕਾਰ ਕਰਤਾਰੇ ਦੇ ਦਿਲ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ। ਉਸਦੇ ਘਰ ਇੱਕ ਲੜਕੇ ਦਾ ਜਨਮ ਹੁੰਦਾ ਹੈ। ਕਰਤਾਰੇ ਨੂੰ ਮਨੋ ਸੰਸਾਰ ਦੀ ਹਰ ਖੁਸ਼ੀ ਮਿਲ ਗਈ ਹੋਵੇ। ਉਸਨੇ ਆਪਣੇ ਲੜਕੇ ਦਾ ਨਾਂ ਜੀਤਾ ਰੱਖਿਆ ਤੇ ਕਰਤਾਰੇ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਉਹ ਆਪਣੇ ਮੁੰਡੇ ਨਾਲ ਹੱਸਦਾ ਖੇਡਦਾ ਉਸ ਨੂੰ ਰੋਂਦੇ ਨੂੰ ਚੁੱਪ ਕਰਵਾਉਂਦਾ। ਸੱਚ ਕਹਾਂ ਕਰਤਾਰਾ ਬਹੁਤ ਖੁਸ਼ ਸੀ। ਜਿੱਤਾ ਜਿਉਂ-ਜਿਉਂ ਵੱਡਾ ਹੋ ਰਿਹਾ ਸੀ ਉਸ ਦੀਆਂ ਆਦਤਾਂ ਵਿਗੜ ਰਹੀਆਂ ਸਨ। ਉਹ ਅੱਜ ਕੱਲ੍ਹ ਅੱਖ ਬਚਾ ਕੇ ਘਰੋਂ ਚੋਰੀ ਵੀ ਕਰਨ ਲੱਗ ਪਿਆ ਸੀ। ਰੱਜੀ, ਜਿਸ ਨੂੰ ਕਰਤਾਰੇ ਨੇ ਹਮੇਸ਼ਾ ਕੋੜੀ ਅੱਖ ਨਾਲ ਵੇਖਿਆ, ਉਹ ਦੇਰ ਰਾਤ ਤੱਕ ਪੜ੍ਹਦੀ ਤੇ ਦਿਨੇ ਸਿਲਾਈ ਕਢਾਈ ਦਾ ਕੰਮ ਕਰਦੀ ਤੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਤੇ ਆਪਣੀ ਪੜ੍ਹਾਈ ਦਾ ਸਾਰਾ ਖਰਚਾ ਉਹ ਆਪ ਕਰਦੀ ਤੇ ਆਪਣੀ ਮਾਸੀ ਤੋਂ ਨਾਲ ਵੀ ਘਰ ਦੇ ਕੰਮਾਂ ਕਾਰਾਂ ਵਿੱਚ ਹੱਥ ਵਟਾਉਂਦੀ। ਨਤੀਆਂ ਬਾਬੁਲ ਦਾ ਕਹਿਣਾ ਪੈ ਜਾਵੇ ਦੁੱਖ ਪਾ
बरसैना। मोड़न ना थिया बाबुल दा कहना पे जा। ਮੰਮੀ ਜੀ ਤੁਸੀਂ ਕਦੇ ਆਰਾਮ ਵੀ ਕਰ ਲਿਆ ਕਰੋ। ਤੂੰ ਵੀ ਆਰਾਮ ਕਰ ਲਿਆ ਕਰਦੀ ਏ, ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ। ਪਹਿਲਾਂ ਕਾਲਜ ਪੜਨ ਚਲੀ ਜਾਂਦੀ ਹੈ, ਫਿਰ ਆਉਂਦੀ ਟਿਊਸ਼ਨਾਂ ਪੜਾਉਣ ਬਹਿ ਜਾਂਦੀ ਹੈ, ਘਰ ਦਾ ਸਾਰਾ ਕੰਮ ਵੀ ਕਰਾਉਣੀ ਹੈ, ਤੇ ਫਿਰ ਰਾਤ ਨੂੰ ਪੜਨ ਬਹਿ ਜਾਂਦੀ ਹੈ। ਫਿਰ ਮੈਂ ਧੀ ਵੀ ਤਾਂ ਤੁਹਾਡੀ ਹੈ ਮੰਮੀ ਜੀ, ਪੜ੍ਹ ਲਿਖ ਕੇ ਵਕੀਲ ਬਣਨਾ ਹੈ ਮੈਂ। ਮੰਮੀ ਜੀ ਜਿੱਤੇ ਨੂੰ ਕਹੋ ਨਾ ਮੈਨੂੰ ਕਾਲਜ ਛੱਡ ਆਵੇ। ਸੁੱਤਾ ਪਿਆ ਹੋਣਾ ਅਜੇ, ਨਾ ਉਹਦੇ ਸੌਣ ਦੇ ਟਾਈਮ ਦਾ ਪਤਾ, ਨਾ ਉਹਦੇ ਜਾਗਣ ਦੇ ਟਾਈਮ ਦਾ ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਰਹਿੰਦਾ ਸਾਰਾ ਦਿਨ। ਮੈਂ ਜਗਾਉਣੀ ਉਹਨੂੰ ਜਾ ਕੇ। ਤੇ ਕਰਤਾਰੇ ਦਾ ਮੁੰਡਾ ਜਿੱਤਾ 10ਵੀਂ ਪਾਸ ਕਰ ਚੁੱਕਾ ਹੈ ਤੇ ਉਸ ਦੀ ਧੀ ਰੱਜੀ BA ਕਰ ਚੁੱਕੀ ਹੈ ਤੇ ਕਾਨੂੰਨੀ ਵਿੱਦਿਆ ਹਾਸਲ ਕਰ ਰਹੀ ਹੈ। ਪਰ ਕਰਤਾਰੇ ਦਾ ਮੁੰਡਾ ਜਿੱਤਾ ਨਸ਼ੇ ਦਾ ਆਦੀ ਬਣ ਚੁੱਕਾ ਹੈ। ਕਰਤਾਰੇ ਦੀ ਧੀ ਰੱਜੀ ਵਾਸਤੇ ਇੱਕ NRI ਰਿਸ਼ਤਾ ਆਇਆ ਹੈ। ਮੁੰਡਾ ਤੋਤਲਾ ਬੋਲਦਾ ਹੈ ਤੇ ਉਸ ਦੀ ਉਮਰ ਕੁਝ ਜ਼ਿਆਦਾ ਹੈ। ਕਰਤਾਰੇ ਦੀ ਧੀ ਰੱਜੀ ਨੂੰ NRI ਲੜਕਾ ਪਸੰਦ ਆਏਗਾ ਜਾਂ ਨਹੀਂ, ਚਲੋ ਵੇਖਦੇ ਹਾਂ ਕਰਤਾਰੇ ਦੇ ਘਰ ਜਾ। ਇੱਕ ਦਿਨ ਪਿੰਡ ਦੇ ਕੁਝ ਸ਼ਰਾਰਤੀ ਮੁੰਡੇ ਨਾਲ ਲੱਗਦੀ ਮੋਟਰ ਕੋਲ ਜੂਆ ਖੇਡ ਰਹੇ ਹੁੰਦੇ ਹਨ ਤੇ ਉੱਥੋਂ ਹੀ ਜਿੱਤਾ ਤੇ ਉਸ ਦਾ ਦੋਸਤ ਲੰਘ ਰਹੇ ਹੁੰਦੇ ਹਨ ਤੇ ਪਿੰਡ ਦੇ ਮੁੰਡੇ ਉਹਨਾਂ ਨੂੰ ਜੂਆ ਖੇਡਣ ਲਈ ਬੁਲਾਉਂਦੇ ਹਨ। ਜਿੱਤਾ ਤੇ ਉਸ ਦਾ ਦੋਸਤ ਜੂਆ ਖੇਡਣ ਲਈ ਬੈਠ ਜਾਂਦੇ ਹਨ। ਤੇ ਹੌਲੀ ਹੌਲੀ ਜਿੱਤਾ ਤੇ ਉਸ ਦਾ ਦੋਸਤ ਸਾਰੇ ਪੈਸੇ ਹਾਰ ਜਾਂਦੇ ਹਨ। ਤੇ ਪਿੰਡ ਦੇ ਕੁਝ ਸ਼ਰਾਰਤੀ ਮੁੰਡੇ ਉਹਨਾਂ ਨਾਲ ਹੇਰਾ ਫੇਰੀ ਕਰਦੇ ਹਨ ਤੇ ਸਾਰੇ ਪੈਸੇ ਜਿੱਤ ਲੈਂਦੇ ਹਨ। ਅਚਾਨਕ ਜਿੱਤਾ ਉਹਨਾਂ ਨੂੰ ਹੇਰਾ ਫੇਰੀ ਕਰਦੇ ਹੋਏ ਵੇਖ ਲੈਂਦਾ ਹੈ। ਜਿੱਤਾ ਉਹਨਾਂ ਮੁੰਡਿਆਂ ਤੋਂ ਆਪਣੇ ਪੈਸੇ ਵਾਪਸ ਮੰਗਦਾ ਹੈ, ਪਰ ਪਿੰਡ ਦੇ ਮੁੰਡੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰਦੇ ਹਨ, ਜਿਸ ਕਾਰਨ ਜਿੱਤੇ ਨੂੰ ਗੁੱਸਾ ਚੜ ਜਾਂਦਾ ਹੈ ਤੇ ਉਹ ਮਾਰ ਕੁਟਾਈ ਤੇ ਉਤਾਰੂ ਹੋ ਜਾਂਦਾ ਹੈ। ਅੱਜ ਆਪਣੀ ਧੀ ਨੂੰ ਵੇਖਣ ਆਉਣਾ ਮੁੰਡੇ ਵਾਲਿਆਂ ਨੇ। ਮੇਰੀ ਬਿੱਕਰ ਸਿੰਘ ਨਾਲ ਗੱਲ ਹੋਈ ਸੀ, ਮੁੰਡਾ ਬਾਹਰੋਂ ਆਇਆ, ਆਪਣੀ ਧੀ ਦਾ ਡਾਲਰਾਂ 'ਚ ਖੇਡੂ, ਡਾਲਰਾਂ 'ਚ। ਰੱਜੀ ਦੇ ਬਾਪੂ ਉਹਦੀ ਪੜ੍ਹਾਈ ਤਾਂ ਪੂਰੀ ਹੋ ਲੈਣ ਦਵੋ, ਨਾਲ ਉਹ ਪੜ੍ਹ ਲਿਖ ਕੇ ਉਹਨੂੰ ਕੁਝ ਬਣ ਤਾਂ ਲੈਣ ਦਵੋ, ਤੇ ਨਾਲੇ ਆਪਣੀ ਪੜ੍ਹਾਈ ਦਾ ਖਰਚਾ ਤਾਂ ਉਹ ਆਪ ਹੀ ਚੱਕੀ ਫਿਰਦੀ ਹੈ। ਤੇ ਉਹ ਕਹਿੰਦੀ ਪਈ ਸੀ ਵੀ ਮੈਂ ਪੜ੍ਹ ਲਿਖ ਕੇ ਵਕੀਲ ਬਣਨਾ ਹੈ, ਤੇ ਨਾਲੇ ਜਿਹੜਾ ਬਾਹਰੋਂ ਆਇਆ ਸਾਨੂੰ ਕੀ ਪਤਾ ਉੱਥੇ ਕੀ ਕਰਦਾ ਕੀ ਨਹੀਂ ਕਰਦਾ।
ਨਾਲੇ ਉਹਦੇ ਖਾਨਦਾਨ ਦਾ ਸਾਨੂੰ ਕੀ ਪਤਾ, ਤੇ ਨਾਲੇ ਆਪਣੀ ਰੱਜੀ ਉਹਨੂੰ ਪਸੰਦ ਕਰੂਗੀ ਕਿ ਨਹੀਂ ਕਰੂਗੀ। ਬਸ ਜੋ ਮੈਂ ਕਹਿਤਾ ਸੋ ਕਹਿਤਾ। ਤੂੰ ਆਪਣਾ ਖਾਣ ਪੀਣ ਨੂੰ ਮੰਗਵਾ ਲੈ ਕੁਛ, ਤੇ ਨਾਲੇ ਸਫਾਈ ਸੁ ਕਰਕੇ ਰੱਖ। ਜੀਤਾ ਕਿੱਥੇ ਹੈ? ਉਹਨੂੰ ਕਹਿੰਦਾ ਰੱਜੀ ਲੈ ਕੇ ਆਵੇ। No fighting. We got the refugees. No fighting. ਸਤਿ ਸ਼੍ਰੀ ਅਕਾਲ ਜਨਾਬ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹੋਰ ਜਨਾਬ, ਸਾਡੇ ਤੱਕ ਪਹੁੰਚਣ 'ਚ ਕੋਈ ਮੁਸ਼ਕਲ ਤੇ ਨਹੀਂ ਆਈ? ਨਹੀਂ ਨਹੀਂ, ਕੋਈ ਪਰੇਸ਼ਾਨੀ ਨਹੀਂ ਹੋਈ, ਅਸੀਂ ਬੜੇ ਆਰਾਮ ਨਾਲ ਪਹੁੰਚ ਗਏ ਹਾਂ। Good morning, Tatu ji. How's everything okay? ਤੋ ਉਹਦਾ ਚਾਹ ਪਾਣੀ ਦੇ ਆਵੇ। ਆਤਿਆ ਤੁਰੀ ਤਾਂ ਬੜੀ ਸੋਹਣੀ ਤੇ ਧਮਾਤ ਹੈ। ਮੈਂ ਤੇਰਾ ਤੱਤ ਤੋਂ ਆ, ਬਿਊਟੀਫੁਲ ਆ, ਬਿਊਟੀਫੁਲ। ਉਹ ਬਾਲਾ ਨਹੀਂ ਬੋਲੀਦਾ, ਇਹ ਤਾਂ ਕੁੜੀ ਦੀ ਮਾਂ ਆ, ਮਾਂ। ਉਹ ਤਾਤਿਆ ਮਾਂ ਇੰਨੀ ਬਿਊਟੀਫੁਲ ਤੇ ਤੋਣੀ ਆ, ਕੁੜੀ ਤਾਂ ਹੋਰ ਵੀ ਬਿਊਟੀਫੁਲ ਤੇ ਤੋਣੀ ਹੋਊ। ਉਹ ਸੀਤੋ ਰੱਜੀ ਨੂੰ ਲੈ ਕੇ ਆਵੀ। ਉਹ ਸੀਤੋ ਜਲਦੀ ਕਰੋ ਬਈ। ਇਹ ਆ ਭਾਈ ਸਾਡੀ ਧੀ ਰੱਜੀ। हौले हौले से हवा लगती है, हौले हौले से दवा लगती है, हौले हौले से दुआ लगती है ना। हाय हौले हौले चंदा बढ़ता है, हौले हौले घूंघट उठता है, हौले हौले से नशा चढ़ता है। ओ माय दोस्त तो तवीत तिन्नी तोणी ते तमार तुरी है, ताते मैनू तो तुरी पसंद है। ਰੱਜੀ ਦੇ ਬਾਪੂ ਇੱਕ ਮਿੰਟ ਆ ਕੇ ਮੇਰੀ ਗੱਲ ਸੁਣੋ। ਜੀ ਦੇ ਬਾਪੂ ਮੇਰੀ ਗੱਲ ਮੰਨੋ, ਮੈਨੂੰ ਮੁੰਡਾ ਬਿਲਕੁਲ ਨਹੀਂ ਪਸੰਦ। ਜੇ ਰੱਜੀ ਨਾਲ ਵੀ ਇਸ ਬਾਰੇ ਗੱਲ ਕਰ ਲਈਏ, ਉਹਨੂੰ ਮੁੰਡਾ ਪਸੰਦ ਹੈ ਕਿ ਨਹੀਂ ਪਸੰਦ? ਉਹਨੂੰ ਕੀ ਪੁੱਛਣਾ, ਬਸ ਮੁੰਡਾ ਮੈਨੂੰ ਪਸੰਦ ਹੈ ਤਾਂ ਪਸੰਦ ਹੈ। ਉਹ ਮੈਂ ਦੁਨੀਆ ਦੇਖੀ ਹੈ। ਅੱਛਾ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ। ਚੱਲ ਤੁਰ ਪਾ ਸ਼ੰਕਰ ਮੁੰਡੇ ਨੂੰ। ਓਏ ਆਪਣੀ ਧੀ ਦਾ ਡਾਲਰਾਂ 'ਚ ਖੇਡੂ, ਡਾਲਰਾਂ 'ਚ। ਮੰਮੀ ਜੀ ਮੈਨੂੰ ਤਾਂ ਮੁੰਡਾ ਬਿਲਕੁਲ ਨਹੀਂ ਪਸੰਦ। ਧੀਏ ਤੇਰੇ ਬਾਪੂ ਦੇ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ, ਉਹ ਤਾਂ ਆਪਦੀ ਹਰ ਗੱਲ ਮਨਾ ਕੇ ਛੱਡਦੇ। ਸ਼ਗਨ ਪੈ ਜਾਂਦਾ ਹੈ, ਵਿਆਹ ਹੋ ਜਾਂਦਾ ਹੈ, ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ NRI ਦੀ ਵਿਦੇਸ਼ ਵਿੱਚ ਵੀ ਸ਼ਾਦੀ ਹੋਈ ਹੁੰਦੀ ਹੈ ਤੇ ਉਸਦੇ 2 ਬੱਚੇ ਹਨ। ਪਰ ਰੱਜੀ ਨੇ ਹੌਸਲਾ ਨਹੀਂ ਹਾਰਿਆ, ਹਾਲਾਤ ਮੁਤਾਬਕ ਆਪਣੇ ਆਪ ਨੂੰ ਢਾਲ ਲਿਆ ਤੇ ਹੁਣ ਉਹ ਵਕੀਲ ਬਣ ਚੁੱਕੀ ਹੈ ਤੇ ਬਿੱਕਰ ਸਿੰਘ ਕੋਲ ਪਈ ਆਪਣੀ ਗਿਰਵੀ ਜ਼ਮੀਨ ਵੀ ਛੁਡਵਾ ਲਈ ਹੈ। ਯਾਰ ਕਹਿ ਲਿਆ यार 2 दिन हो गए यार, जीता नहीं दिखा। हाँ यार शेरिया, वो जीते बिना तो यार उइयों नहीं जी लगता, नाले ओदे हत्थ दा माल खादे बिना तो साला नशा ही नहीं चढ़दा। ओ होर भी कर लिया। ओ जीते ਉਹ ਬਾਈ ਕਹਿ ਲਿਆ, ਉਹ ਅੱਜ ਕਿੱਥੇ ਆ ਤੇਰੇ ਬੰਬ ਸ਼ੰਬ? ਅੱਜ ਤਾਂ ਮੈਨੂੰ ਧਰਤੀ ਘੁੰਮਦੀ ਨਹੀਂ ਨਜ਼ਰ ਆਉਂਦੀ। ओ भाई जीता है, और तेरे लिए मैं कई दिन तो बंब लेके आया यार, तू नजर ही नहीं आया। ਉਹ ਤੁਸੀਂ ਮੈਨੂੰ ਖਵਾਓ ਬੰਬ ਤੇ ਮੈਂ ਲੈ ਕੇ ਆਇਆ ਤੁਹਾਡੇ ਲਈ ਭੰਗ। यार जीते ये तेरा बंबा नाल भी कुछ ना बने तो मेरे को शीशियां हैगी यार जीते यार तेरे खेतां में चलते हैं। ਉਹ ਫਿਰ ਕਹਿੰਦੇ ਚੱਲੀਏ ਖੇਤਾਂ ਨੂੰ। ओ चल भाई ਆ ਚਲੋ।
ਆ ਗਿਆ ਧੱਕੇ ਖਾ ਕੇ। ਓਏ ਮੇਰੇ ਵੱਲ ਵੇਖ, ਬੁੱਢਾ ਹੋ ਕੇ ਫੇਰ ਵੀ ਖੇਤਾਂ 'ਚ ਧੱਕੇ ਖਾਂਦਾ। ਤੇਰੇ ਵਰਗੇ ਮੁੰਡੇ ਆਪਣੇ ਪਿਓ ਨਾਲ ਬਰਾਬਰ ਹੱਥ ਵਟਾਉਂਦੇ ਆ। ਕੀ ਬਾਪੂ, ਅਜੇ ਤਾਂ ਮੇਰੀ ਖੇਡਣ ਕੁੱਦਣ ਦੀ ਉਮਰ ਹੈ, ਤੇ ਨਾਲੇ ਲੋਕਾਂ ਦੇ ਪਿੱਛੇ ਲੱਗ ਕੇ ਤੂੰ ਮੈਨੂੰ ਬਦਨਾਮ ਨਾ ਕਰਿਆ ਕਰ। ਅਜੇ ਘਰ 'ਚ ਬੜਿਆ ਨਹੀਂ ਤੇ ਕਲੇਸ਼ ਪਹਿਲੇ ਹੀ ਸ਼ੁਰੂ ਕਰਤਾ। ਓਏ ਆਪਣੀ ਭੈਣ ਵਾਲੀ ਵੇਖ ਲੈ, ਨਾਲੇ ਪੜ੍ਹਦੀ ਵੀ ਐ ਤੇ ਨਾਲੇ ਪੜਾਉਂਦੀ ਵੀ ਐ। ਇੱਕ ਤੂੰ ਨਾ ਕੋਈ ਕੰਮ ਨਾ ਕਰ, ਬਸ ਸਾਰਾ ਦਿਨ ਅਵਾਰਾਗਰਦੀ ਕਰਦਾ ਫਿਰੀ ਜਾਂਦਾ। ਕੋਈ ਕਹਿੰਦਾ ਕਰਤਾਰੇ ਦਾ ਮੁੰਡਾ ਸ਼ਰਾਬ ਪੀਂਦਾ, ਕੋਈ ਕਹਿੰਦਾ ਕਰਤਾਰੇ ਦਾ ਮੁੰਡਾ ਸਿਗਰਟਾਂ ਪੀਂਦਾ। ਇਹ ਮਾੜੀਆਂ ਆਦਤਾਂ ਛੱਡ ਦੇ। ਪਤਾ ਨਹੀਂ ਬਾਪੂ ਤੇਰੇ ਕੰਨ ਕੌਣ ਕੌਣ ਭਰ ਜਾਂਦਾ ਤੇ ਬਦਨਾਮੀ ਮੈਨੂੰ ਝੇਲਣੀ ਪੈਂਦੀ ਹੈ। ਜੇ ਬਾਪੂ ਤੁਹਾਡਾ ਇਹੀ ਕਲੇਸ਼ ਰਿਹਾ ਨਾ ਤਾਂ ਮੈਂ ਕਿਸੇ ਦਿਨ ਘਰ ਛੱਡ ਕੇ ਚੱਲ ਜਾਣਾ ਤੇ ਫੇਰ ਨਹੀਂ ਆਣਾ ਮੁੜ ਕੇ। ਕਰਤਾਰੇ ਨੂੰ ਆਪਣੇ ਬਾਪੂ ਕਰਨੈਲ ਨਾਲ ਕੀਤੀ ਬਦਸਲੂਕੀ ਯਾਦ ਆਉਂਦੀ ਹੈ ਤੇ ਉਸ ਨੂੰ ਆਪਣੀ ਕੀਤੀ ਤੇ ਬਹੁਤ ਪਛਤਾਵਾ ਹੁੰਦਾ ਹੈ। ਕੰਨ ਖੋਲ ਕੇ ਇੱਕ ਗੱਲ ਸੁਣ ਲੈ, ਅੱਗੇ ਤੋਂ ਮੈਨੂੰ ਕੋਈ ਤੇਰਾ ਲਾਂਭਾ ਨਹੀਂ ਮਿਲਣਾ ਚਾਹੀਦਾ। ਅੱਜ ਦੇ ਜ਼ਮਾਨੇ ਵਿੱਚ ਤਾਂ ਆਪਣੀ ਔਲਾਦ ਨੂੰ ਝਿੜਕਣ ਦਾ ਵੀ ਮਾਂ-ਬਾਪ ਨੂੰ ਅਧਿਕਾਰ ਨਹੀਂ ਹੈ। ਆਖਿਰਕਾਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਰਤਾਰੇ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਹੀ ਜਾਂਦਾ ਹੈ। ਹੁਣ ਉਹ ਮੁੰਡੇ ਤੇ ਕੁੜੀ ਵਿੱਚ ਕੋਈ ਫਰਕ ਨਹੀਂ ਰੱਖਦਾ। ਰੱਜੀ ਦੇ ਬਾਪੂ, ਆ ਦੱਸ ਕੀ ਹੋਇਆ? ਜੀਤੇ ਦੀ ਪੈਂਟ ਚੋਂ ਗੋਲੀਆਂ ਤੇ ਟੀਕੇ ਨਿਕਲੇ ਆ। ਮੈਨੂੰ ਤਾਂ ਇਹ ਨਸ਼ੇ ਦੇ ਲੱਗਦੇ ਆ। ਉਹ ਮੈਨੂੰ ਤਾਂ ਪਹਿਲੇ ਹੀ ਪਿੰਡ 'ਚੋਂ ਇਹਦੇ ਬਾਰੇ ਪਤਾ ਲੱਗ ਗਿਆ ਸੀ ਵੀ ਇਹ ਨਸ਼ੇ ਕਰਨ ਲੱਗ ਗਿਆ, ਪਰ ਮੈਂ ਯਕੀਨ ਨਹੀਂ ਸੀ ਮੰਨਦਾ। ਆ ਹੁਣ ਮੈਨੂੰ ਉਹਦੀਆਂ ਕਰਤੂਤਾਂ ਦੇਖ ਕੇ ਯਕੀਨ ਆ ਗਿਆ। ਕੋਈ ਨਹੀਂ, ਸੋਚਦੇ ਆ ਇਹਦੇ ਬਾਰੇ, ਪਾਉਨੇ ਆ ਇਹਨੂੰ ਨੱਥ। ਤੁਸੀਂ ਉਸ ਨੂੰ ਕੋਈ ਜ਼ਿਆਦਾ ਹੀ ਸਿਰ ਚੜਾਇਆ ਹੋਇਆ ਤੇ ਉਹਦਾ ਡਰ ਹੀ ਨਹੀਂ ਉਹਨੂੰ। ਔਰ ਰੱਜੀ ਦੇ ਬਾਪੂ, ਮੁੰਡਾ ਹੱਥੋਂ ਨਿਕਲਦਾ ਜਾਂਦਾ।
ਮੁਸ਼ਕਲ ਨਾਲ ਮੈਡੀਕਲ ਸਟੋਰ ਤੋਂ ਬੰਬ ਲੈ ਕੇ ਆਇਆ ਯਾਰ। ਜੀਤਾ ਹਾਲੇ ਤੱਕ ਨਹੀਂ ਪਹੁੰਚਿਆ ਹੈ। ਉਹਦਾ ਕਿਹੜਾ ਬੰਬਾਂ ਬਗੈਰ ਸਰਨਾ, ਉਹ ਤਾਂ ਇੱਥੇ ਹੀ ਆਊ ਯਾਰ। ਉਹਦਾ ਆਪਣਾ ਜਿਗਰੀ ਯਾਰ ਆ, ਜਿਗਰੀ। ਉਹਦਾ ਕਿਹੜਾ ਆਪਣੇ ਬਗੈਰ ਸਰਨਾ ਯਾਰ। ਗੱਲ ਤਾਂ ਤੇਰੀ ਲੱਖ ਰੁਪਏ ਦੀ ਹੈ। ਨਸ਼ਾ ਇੱਕ ਬਿਮਾਰੀ ਹੈ, ਜਿਵੇਂ ਕੈਂਸਰ, ਟੀਵੀ ਤੇ ਹੋਰ ਬਿਮਾਰੀਆਂ। ਸਾਨੂੰ ਨਸ਼ਾ ਕਰ ਰਹੇ ਵਿਅਕਤੀ ਦੇ ਪ੍ਰਤੀ ਹਮਦਰਦੀ ਹੋਣੀ ਚਾਹੀਦੀ ਹੈ। ਸਾਨੂੰ ਉਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਤੇ ਸਮੇਂ ਸਿਰ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਨਹੀਂ ਤਾਂ ਉਹ ਵਿਅਕਤੀ ਨਸ਼ਾ ਕਰਕੇ ਆਪਣੇ ਜੀਵਨ ਨੂੰ ਸਮਾਪਤ ਕਰ ਲਵੇਗਾ। ਰੱਜੀ ਤੇ ਉਸ ਦੀ ਮਾਂ ਨੇ ਜੀਤੇ ਦਾ ਇਲਾਜ ਕਰਵਾ ਕੇ ਉਸ ਨੂੰ ਇੱਕ ਨਵੀਂ ਜ਼ਿੰਦਗੀ ਬਖਸ਼ ਦਿੱਤੀ। ਹੁਣ ਜੀਤਾ ਖੇਤਾਂ ਵਿੱਚ ਦਿਲ ਲਗਾ ਕੇ ਕੰਮ ਕਰਨ ਲੱਗ ਪਿਆ ਹੈ। ਉਹ ਕਿੱਥੇ ਰਹਿਣਾ ਬਾਈ? ਤੂੰ ਤਾਂ ਏਦਾਂ ਹੀ ਚੰਦ ਹੋ ਗਿਆ। ਦੱਸਤਾ ਸੀ ਬਾਈ ਕਿੱਥੇ ਰਹਿਣਾ। ਉਹ ਹੋਰ ਵੀ ਕਹਿ ਲਿਆ, ਕੀ ਹਾਲ ਚਾਲ ਹੈ? ਘਰ-ਬਾਰ ਸਾਰੇ ਠੀਕ ਨੇ ਨਾ? ਹੋ ਹਾਂ ਵੀ ਕਹਿ ਲਿਆ। ਆਪਾਂ ਬਹਿੰਦੇ ਆ, ਬਹੁਤ ਦੇਰ ਬਾਅਦ ਮਿਲੇ ਆ। ਆਜਾ ਚੱਲ ਬਾਈ। ਬੈਠ ਕਰ ਲਿਆ। ਉਹ ਬਾਈ ਜੀਤੇ ਕੱਢਾ ਫਿਰ ਬੰਬ ਸ਼ੰਬ। ਉਹ ਕਹਿ ਲਿਆ, ਬੰਬ ਸ਼ੰਬ ਖਾਣੇ ਤਾਂ ਮੈਂ ਕਦੋਂ ਦੇ ਛੱਡ ਦਿੱਤੇ ਆ। ਤੇ ਸ਼ੁਕਰ ਹੈ ਉਸ ਰੱਬ ਦਾ ਤੇ ਮੇਰੇ ਮਾਂ-ਬਾਪ ਦਾ, ਜਿਨ੍ਹਾਂ ਨੇ ਮੇਰਾ ਇਲਾਜ ਕਰਵਾ ਕੇ ਮੈਨੂੰ ਇੱਕ ਅੱਛੀ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ। ਤੇ ਮੈਂ ਆਪਣੇ ਮਾਂ-ਬਾਪ ਦਾ ਇੱਕ ਚੰਗਾ ਪੁੱਤ ਤੇ ਆਪਣੀ ਭੈਣ ਦਾ ਇੱਕ ਚੰਗਾ ਭਰਾ ਬਣਨ ਦੀ ਕੋਸ਼ਿਸ਼ ਕਰ ਰਿਹਾ ਤੇ ਅਰਦਾਸ ਕਰਦਾ ਉਸ ਵਾਹਿਗੁਰੂ ਨੂੰ ਕਿ ਇਸ ਕੋਸ਼ਿਸ਼ 'ਚ ਮੈਂ ਖਰਾ ਉਤਰਾਂ। ਤੇ ਮੈਂ ਤੁਹਾਨੂੰ ਵੀ ਇਹੀ ਕਹਾਂਗਾ ਕਿ ਤੁਸੀਂ ਵੀ ਨਸ਼ਾ ਛੱਡ ਕੇ ਇੱਕ ਚੰਗੀ ਜ਼ਿੰਦਗੀ ਬਤੀਤ ਕਰੋ। ਉਹ ਬਾਈ ਸਾਡੇ ਜੀਤੇ ਨੇ ਵੀ ਨਸ਼ੇ ਛੱਡਤੇ, ਅਸੀਂ ਵੀ ਨਸ਼ੇ ਛੱਡ ਦੇਣੇ ਆ। ਓਕੇ ਬਾਈ। ਰੱਜੀ ਦੇ ਬਾਪੂ ਦੇਖ ਲਿਆ ਆਪਣੀ ਕਰਨੀ ਦਾ ਫਲ। ਹੁਣ ਭੁਗਤੇ ਨੂੰ ਜੈਸੀ ਕਰਨੀ ਵੈਸੀ ਭਰਨੀ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਰੱਬ ਤੋਂ ਡਰਨਾ ਚਾਹੀਦਾ। ਆਹੋ ਸੀਤੋ, ਮੈਂ ਬਹੁਤ ਗਲਤ ਸੀ। ਮੈਂ ਬਹੁਤ ਗਲਤੀਆਂ ਕੀਤੀਆਂ। ਅਗਰ ਕਿਤੇ ਉਸ ਵਕਤ ਮੈਂ ਤੁਹਾਡੀ ਮੰਨੀ ਹੁੰਦੀ, ਰੱਬ ਤੋਂ ਡਰ ਕੇ ਇਹ ਕੰਮ ਨਾ ਕੀਤਾ ਹੁੰਦਾ ਤਾਂ ਜੇ ਦਿਨ ਨਾ ਵੇਖਣੇ ਪੈਂਦੇ। ਬਾਪੂ ਜੀ, ਜੋ ਕੁਝ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ। ਜੋ ਮੇਰੀ ਤਕਦੀਰ ਵਿੱਚ ਲਿਖਿਆ ਸੀ ਉਹੀ ਹੋਣਾ ਸੀ। ਉੱਪਰ ਵਾਲੇ ਦੇ ਰੰਗ ਨਿਆਰੇ ਨੇ। ਬਾਪੂ ਜੀ ਤੁਸੀਂ ਘਬਰਾਓ ਨਾ। ਹੁਣ ਤਾਂ ਜੀਤਾ ਵੀ ਤੁਹਾਡੇ ਬਰਾਬਰ ਖੇਤਾਂ ਵਿੱਚ ਕੰਮ ਕਰਨ ਲੱਗ ਪਿਆ ਹੈ। ਅੱਜ ਕੱਲ੍ਹ ਹੱਡ ਤੋੜਵੀਂ ਮਿਹਨਤ ਕਰ ਰਿਹਾ ਹੈ। ਕਹਿੰਦਾ ਪਿਆ ਸੀ ਐਤਕੀ ਫਸਲ ਚੁੱਕ ਕੇ ਟਰੈਕਟਰ ਲੈਣਾ ਏ। ਆਉਂਦਾ ਹੀ ਹੋਊਗਾ ਖੇਤਾਂ ਵਿੱਚੋਂ। ਬਾਪੂ ਜੀ ਤੁਸੀਂ ਘਬਰਾਓ ਨਾ। ਹੋਰ ਬਾਪੂ ਜੀ, ਹੁਣ ਤਬੀਅਤ ਦਾ ਕੀ ਹਾਲ ਚਾਲ ਹੈ? ਉਹ ਜਿਸ ਦਾ ਪੁੱਤਰ ਤੇ ਧੀ ਉਸ ਦੇ ਬੁਢਾਪੇ ਦਾ ਸਹਾਰਾ ਬਣੇ, ਉਸ ਨੂੰ ਕੋਈ ਬਿਮਾਰੀ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦੀ। ਰੱਜੀ ਪੁੱਤ, ਮੈਂ ਕਿੰਨਾ ਗਲਤ ਸੀ ਜੋ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਫਰਕ ਸਮਝਦਾ ਰਿਹਾ। ਅੱਜ ਮੈਨੂੰ ਪਤਾ ਲੱਗ ਗਿਆ ਕਿ ਮੁੰਡਾ ਹੋਵੇ ਜਾਂ ਕੁੜੀ, ਦੋਵੇਂ ਇੱਕ ਸਮਾਨ ਨੇ। ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ। ਤੁਸੀਂ ਸਾਰੇ ਬੈਠੋ, ਮੈਂ ਚਾਹ ਬਣਾ ਕੇ ਲਿਆਉਣੀ ਆ। ਬਾਪੂ ਜੀ, ਹੁਣ ਰੋਣਾ ਨਹੀਂ, ਨਾ ਹੀ ਆਪਣੇ ਦਿਮਾਗ ਤੇ ਕੋਈ ਪਰੇਸ਼ਾਨੀ ਰੱਖਣੀ ਹੈ। ਹੁਣ ਮੈਂ ਖੇਤਾਂ ਵਿੱਚ ਪੂਰੀ ਮਿਹਨਤ ਨਾਲ ਕੰਮ ਕਰਾਂਗਾ ਤੇ ਬਾਪੂ ਜੀ ਮੈਂ ਆਪਣੀ ਸਾਰੀ ਬੁਰੀ ਆਦਤਾਂ ਨੂੰ ਛੱਡ ਦਿੱਤਾ ਹੈ ਤੇ ਨਾਲ ਨਾਲ ਮੈਂ ਆਪਣੀ ਪੜ੍ਹਾਈ ਵੀ ਜਾਰੀ ਰੱਖਾਂਗਾ। ਠੀਕ ਹੈ ਮੇਰਾ ਪੁੱਤ, ਠੀਕ ਹੈ।
ਬਾਪੂ ਜੀ ਆਪਣੀ ਜ਼ਮੀਨ ਦੇ ਸਾਰੇ ਕਾਗਜ਼ ਮੈਂ ਬਿੱਕਰ ਸਿੰਘ ਤੋਂ ਛੁਡਵਾ ਲਏ ਨੇ। ਲੋ ਜੀ ਇਜ ਰੈਡੀ। ਓਏ ਹੋਏ ਸੋਹਣਿਓ ਤੁਹਾਡੀ ਅੰਗਰੇਜ਼ੀ। ਓਏ ਵੀ ਸਾਡੀ ਰੱਜੀ ਧੀ ਦਾ ਹੀ ਕਮਾਲ ਹੋਣਾ। ਯਸ਼ ਯਸ਼ ਥੈਂਕ ਯੂ। ਇਹ ਵੀ ਮੇਰੀ ਰੱਜੀ ਦੀ ਦਾ ਹੀ ਕਮਾਲ ਹੈ। ਤੋ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ। ਕਹਿ ਦੋ ਜੀ, ਅੱਗੇ ਕਿਹੜਾ ਮੇਰੀ ਮੰਨਦੇ ਹੋ? ਆਈ ਲਵ ਯੂ ਸੀਤੋ ਜੀ। ਧੀਏ ਤੇਰੇ ਬਾਪੂ ਅੱਗੇ ਮੇਰੀ ਕੋਈ ਨਹੀਂ ਪੇਸ਼ ਜਾਂਦੀ। ਐਕਸ਼ਨ। 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 ਮੈਂ ਘੱਟੋ ਘੱਟ ਮੈਂ ਹੱਥ ਮਾਰਦਾ। ਬਿੱਕਰ ਸਿੰਘ ਦਾ ਮੁਨੀਮ ਚੰਦ ਮੋਨ ਬਿੱਕਰ ਸਿੰਘ ਨੂੰ